ਔਰਤ ਨੂੰ ਆਜ਼ਾਦੀ। ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ, ਪਰ ਉਸ ਦਿਨ ਉੱਪਰਲੇ ਕਲਾਸਰੂਮ ਨੂੰ ਜਾਂਦੀਆਂ ਪੌੜੀਆਂ ਦੇ ਹਨੇਰੇ ਕੋਨੇ 'ਚ ਕਿਸ ਕਰਦਿਆਂ ਪ੍ਰਿੰਸੀਪਲ ਤੇ ਡੀਪੀਆਈ ਨੇ ਵੇਖ ਲਿਆ। ਇੰਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕੱਪੜਿਆਂ ਦੀ ਸੁਰਤ ਸੀ, ਨਾ ਹੀ ਉਹਨਾਂ ਦੇ ਆਉਣ ਦਾ ਪਤਾ ਲੱਗਾ। ਜਦੋਂ ਪ੍ਰਿੰਸੀਪਲ ਚੀਕੀ, ਉਦੋਂ ਪ੍ਰਿੰਸ ਨੇ ਅਮਨ ਨੂੰ ਆਪਣੇ ਤੋਂ ਅਲੱਗ ਕੀਤਾ। ਦੋਵੇਂ ਸਰ ਝੁਕਾ ਕੇ ਆਪਣੇ ਕੱਪੜੇ ਦਰੁਸਤ ਕਰਦੇ ਗਏ ਤੇ ਮਨ ਹੀ ਮਨ ਡਰ ਨਾਲ ਵੀ ਭਰ ਗਏ। ਡੀਪੀਆਈ ਨੇ ਅੱਗੇ ਹੋ ਕੇ ਦੋਵਾਂ ਜਣਿਆਂ ਦੇ ਵਾਰੀ-ਵਾਰੀ ਥੱਪੜਾਂ ਨਾਲ ਝੰਬ ਦਿੱਤਾ। ਕਲਾਸ 'ਚ ਜਾਣ ਦਾ ਹੁਕਮ ਦਿੱਤਾ। ਗੱਲ ਫਟਾਫਟ ਸਾਰੇ ਸਕੂਲ 'ਚ ਫੈਲ ਗਈ। ਬੱਚੇ ਕੀ, ਅਧਿਆਪਕ ਕੀ, ਸਾਰੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਲੱਗੇ। ਕਿਤੇ ਵੀ ਘੁਸਰ-ਮੁਸਰ ਹੁੰਦੀ ਅਮਨ ਨੂੰ ਲੱਗਦਾ ਉਹਦੀ ਹੀ ਗੱਲ ਹੋ ਰਹੀ ਹੈ। ਕਿਸੇ ਨਾਲ ਅੱਖ ਮਿਲਾਉਣ ਦੀ ਹਿੰਮਤ ਨਹੀਂ ਸੀ, ਪਰ ਉਸਦਾ ਮਨ ਅੱਗੇ ਆਉਂਦੇ ਕਿਸੇ ਖਤਰੇ 'ਚ ਧੜਕ ਰਿਹਾ ਸੀ। ਘੰਟੇ ਕੁ ਮਗਰੋਂ ਹੀ ਪ੍ਰਿੰਸੀਪਲ ਦੇ ਦਫ਼ਤਰੋਂ ਸੁਨੇਹਾ ਆ ਗਿਆ। ਅਮਨ ਤੇ ਪ੍ਰਿੰਸ ਦੋਵਾਂ ਦੇ ਮਾਪੇ ਬੈਠੇ ਸੀ। ਪ੍ਰਿੰਸੀਪਲ ਤੇ ਬਾਕੀ ਟੀਚਰਾਂ ਨੇ ਮਿਰਚ ਮਸਾਲਾ ਭੁੱਕ ਕੇ ਸਾਰਾ ਕੁਝ ਦੱਸ ਦਿੱਤਾ ਸੀ। ਉਹਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਆਪਣੇ ਮਾਂ-ਬਾਪ ਨਾਲ ਨਜ਼ਰ ਮਿਲਾ ਸਕੇ। ਪ੍ਰਿੰਸ ਦਾ ਵੀ ਇਹੋ ਹਾਲ ਸੀ। ਖਬਰਾਂ, ਅਫਵਾਹਾਂ ਉਹਨਾਂ ਦੀ ਹੀ ਸੀ। ਸਕੂਲ ਪਿੰਡ ਪਹੁੰਚਣ ਤੋਂ ਪਹਿਲਾਂ ਪਿੰਡ ਪਹੁੰਚ ਚੁੱਕੀਆਂ ਹੋਣਗੀਆਂ। ਦੋਵੇਂ ਡਰ ਰਹੇ ਸੀ, ਪਰ ਅਮਨ ਦਾ ਜ਼ਿਆਦਾ ਬੁਰਾ ਹਾਲ ਸੀ। ਦੋਵਾਂ ਦੇ ਪਿੰਡ ਅੱਡ-ਅੱਡ ਸੀ, ਪਰ ਨੇੜੇ-ਨੇੜੇ ਸੀ। ਪ੍ਰਿੰਸ ਐਸੇ ਸਾਲ ਕਿਸੇ ਸਕੂਲੋਂ ਹਟ ਕੇ ਇੱਥੇ ਆਇਆ ਸੀ ਪੜ੍ਹਨ 'ਚ। ਭਾਵੇਂ ਉਹ ਫਿਸੜੀ ਸੀ, ਪਰ ਕੁੜੀਆਂ ਉਸ 'ਤੇ ਐਵੇਂ ਡਿੱਗਦੀਆਂ ਜਿਵੇਂ ਸ਼ਹਿਦ ਤੇ ਮੱਖੀਆਂ। ਪਰ ਉਸਨੂੰ ਪਸੰਦ ਆਈ ਤਾਂ ਅਮਨ, ਚੰਗੀ ਭਲੀ, ਸਮਝਦਾਰ ਤੇ ਪੜ੍ਹਨ 'ਚ ਹੁਸ਼ਿਆਰ। ਮਿੰਨਤਾਂ ਕਰ, ਸਿਫਾਰਸ਼ਾਂ ਪਾ, ਉਹਨੇ ਅਮਨ ਨੂੰ ਦੋਸਤੀ ਲਈ ਮਨਾ ਹੀ ਲਿਆ। ਕਦੋਂ ਇਹ ਦੋਸਤੀ ਪਿਆਰ ਤੱਕ ਪੁੱਜੀ ਪਤਾ ਹੀ ਨਾ ਲੱਗਾ। ਦੋਨੋਂ ਮਿਲਦੇ ਕਦੇ ਕਲਾਸ ਤੋਂ ਪਹਿਲਾਂ ਜਾਂ ਬਾਅਦ 'ਚ, ਜਾਂ ਵੇਲੇ ਵੇਲੇ ਕਿਸੇ ਖਾਲੀ ਲੈਬ 'ਚ ਜਾ ਬੈਠਦੇ, ਬਾਹਰ ਪਹਿਰੇ ਤੇ ਲਾ ਕੇ ਅੰਦਰ ਮਨ ਆਈਆਂ ਕਰਦੇ। ਅੱਜ ਪੌੜੀਆਂ ਦੇ ਜਿਸ ਕੋਨੇ ਦੋਵੇਂ ਇੱਕ ਦੂਜੇ 'ਚ ਖੋਏ ਹੋਏ ਸੀ, ਉੱਥੇ ਪੈਰਾਂ ਦਾ ਖੜਕਾ ਕਿੰਨੀ ਦੂਰੋਂ ਹੀ ਸੁਣ ਜਾਂਦਾ ਹੈ। ਪਰ ਇੰਨਾ ਜ਼ਿਆਦਾ ਰੁੱਝ ਗਏ ਕਿ ਪ੍ਰਿੰਸੀਪਲ ਤੇ ਡੀਪੀਆਈ ਦੇ ਆਉਣ ਦਾ ਪਤਾ ਹੀ ਨਾ ਲੱਗਾ। ਹੁਣ ਦੋਵੇਂ ਦੋਸ਼ੀਆਂ ਵਾਂਗ ਇੱਕ ਦੂਜੇ ਨਾਲ ਅੱਖ ਵੀ ਨਾ ਮਿਲਾ ਸਕਣ ਵਾਲੇ ਡਰ ਨਾਲ ਖੜੇ ਸੀ। ਪ੍ਰਿੰਸੀਪਲ ਨੇ ਘਰਦਿਆਂ ਨੂੰ ਕਾਫੀ ਕੁਝ ਸੁਣਾ ਦਿੱਤਾ ਸੀ। ਦੋਵਾਂ ਨੂੰ ਸਾਹਮਣੇ ਖੜਾ ਕਰਕੇ ਪ੍ਰਿੰਸੀਪਲ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਆਪਣੇ ਸਕੂਲ ਦੀ ਬੇਇੱਜ਼ਤੀ ਨਹੀਂ ਕਰਾ ਸਕਦੇ। ਇਹ ਗੱਲਾਂ ਬਾਹਰ ਜਾਣਗੀਆਂ, ਲੋਕੀ ਜਵਾਕ ਭੇਜਣੋਂ ਹਟ ਜਾਣਗੇ। ਇਸ ਲਈ ਅਸੀਂ ਸਕੂਲੋਂ ਕੱਢ ਰਹੇ ਹਾਂ। ਕੱਲ ਸਕੂਲ ਨਾ ਭੇਜਣਾ। ਖੇਹਾ ਹੀ ਖਾਣੀਆਂ ਤਾਂ ਘਰੇ ਹੀ ਖਾਣ। ਅਮਨ ਲਈ ਇਹ ਉਸਦੇ ਸਾਰੇ ਸੁਪਨਿਆਂ ਦਾ ਅੰਤ ਸੀ, ਪਰ ਪ੍ਰਿੰਸ ਨੇ ਜੋ ਉਸ ਵੇਲੇ ਕਿਹਾ, ਉਸਨੇ ਤਾਂ ਉਸਦੀ ਸਾਰੀ ਜ਼ਿੰਦਗੀ ਹੀ ਇੱਕ ਪਲ 'ਚ ਬਦਲ ਦਿੱਤੀ। ਪ੍ਰਿੰਸੀਪਲ ਦੀ ਖੇਹ ਖਾਣ ਵਾਲੀ ਗੱਲ ਨੇ ਨਾ ਸਿਰਫ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਮੂੰਹ ਉਤਾਰ ਦਿੱਤੇ, ਪ੍ਰਿੰਸ ਦੇ ਸੀਨੇ 'ਚ ਵੀ ਅੱਗ ਲਾ ਦਿੱਤੀ। ਪ੍ਰਿੰਸ ਨੇ ਲਗਭਗ ਚੀਕਦੇ ਹੋਏ ਕਿਹਾ, ਅਸੀਂ ਕੋਈ ਖੇਹ ਨਹੀਂ ਖਾ ਰਹੇ। ਬਾਲਿਗ ਹਾਂ, ਵਿਆਹ ਵੀ ਕਰਵਾਵਾਂਗੇ, ਆਪਣੀ ਪੜ੍ਹਾਈ ਵੀ ਕਰਾਂਗੇ। ਅਮਨ ਪ੍ਰਿੰਸ ਦੀ ਗੱਲ ਤੇ ਮਾਣ ਹੋਇਆ। ਉਸਨੂੰ ਲੱਗਾ ਜਿਵੇਂ ਉਸਦੀਆਂ ਸਾਰੀਆਂ ਭੁੱਲਾਂ ਮਾਫ਼ ਹੋ ਗਈਆਂ ਹੋਣ। ਉਸਦੀ ਜ਼ਿੰਦਗੀ ਦੀ ਚੁਆਇਸ ਗਲਤ ਨਹੀਂ ਗਈ ਸੀ। ਉਸਨੂੰ ਅਜਿਹਾ ਮੁੰਡਾ ਮਿਲਿਆ ਸੀ ਜੋ ਉਸ ਲਈ ਸਟੈਂਡ ਲੈ ਸਕਦਾ ਸੀ। ਭਰੀ ਮਹਿਫਲ 'ਚ ਪਹਿਲੀ ਵਾਰ ਉਸਨੇ ਮੂੰਹ ਉੱਪਰ ਚੁੱਕਿਆ, ਆਪਣੀ ਮਾਂ ਨਾਲ ਨਜ਼ਰ ਮਿਲਾਈ, ਜਿਸ ਤੇ ਖੁਸ਼ੀ ਗਮੀ ਦਾ ਮਿਕਸ ਜਿਹਾ ਭਾਵ ਸੀ। ਪ੍ਰਿੰਸ ਦੇ ਮਾਂ-ਬਾਪ ਦੇ ਚਿਹਰਿਆਂ ਤੇ ਹੈਰਾਨੀ ਦਾ ਭਾਵ ਸੀ। ਮਗਰੋਂ ਫੈਸਲਾ ਹੋਇਆ ਕਿ ਦੋਨੋਂ ਜਣੇ ਸਕੂਲ ਦੇ ਵਿਦਿਆਰਥੀ ਰਹਿਣਗੇ। ਸਿਰਫ ਪੇਪਰ ਦੇਣ ਤੱਕ 12ਵੀਂ ਦਾ ਆਖਰੀ ਸਾਲ ਸੀ, ਇਸ ਲਈ ਪੇਪਰ ਦੇ ਸਕਣਗੇ, ਪਰ ਸਕੂਲ ਨਹੀਂ ਆਉਣਗੇ। ਅਮਨ ਦੇ ਪਰਿਵਾਰ ਦੀ ਸੋਚ ਐਡੀ ਬੈਕਵਰਡ ਨਹੀਂ ਸੀ, ਖਾਸ ਕਰਕੇ ਉਸਦੀ ਮਾਂ ਦੀ। ਉਸਦੀ ਮਾਂ ਨੇ ਹਮੇਸ਼ਾ ਉਸਨੂੰ ਇੱਕੋ ਗੱਲ ਕਹੀ ਸੀ, ਧੀਏ, ਆਪਣੇ ਹੱਥੀਂ ਕਮਾ ਕੇ ਖਾਈ ਤਾਂ ਬਗਾਨੇ ਘਰ ਰਾਜ ਕਰੇਂਗੀ, ਨਹੀਂ ਪੈਸੇ ਲਈ ਕਿਸੇ ਦੇ ਸਹਾਰੇ ਰਹੇਂਗੀ। ਜਦੋਂ ਆਪ ਕਮਾਉਣ ਜੋਗੀ ਹੋਈ ਉਦੋਂ ਪਿਆਰ ਕਰੀ, ਵਿਆਹ ਕਰਵਾਈ, ਆਪਣੀ ਮਰਜ਼ੀ ਨਾਲ ਭਾਵੇਂ, ਪਰ ਮੁੰਡਾ ਦੇਖ ਪਰਖ ਲਵੀਂ, ਕੋਈ ਵੇਲਰ ਨਸ਼ੇਈ ਨਾ ਹੋਵੇ ਤੇ ਤੇਰੇ ਨਾਲ ਹਰ ਮਾੜੇ ਚੰਗੇ ਸਮੇਂ ਖੜਨ ਵਾਲਾ ਹੋਵੇ। ਮੇਰੀ ਜ਼ਿੰਦਗੀ ਤਾਂ ਦੇਖ ਐਵੇਂ ਹੀ ਗੁਜ਼ਰੀ ਹੈ, ਕਦੇ ਜੇਠ ਦੀਆਂ ਸੁਣੀਆਂ ਤੇ ਕਦੇ ਸੱਸ ਸਹੁਰੇ ਦੀਆਂ। ਖਾਣ ਪਹਿਨਣ ਦੀ ਉਮਰ 'ਚ ਕੁਛ ਨਾ ਹੰਢਾ ਕੇ ਦੇਖਿਆ। ਬਸ ਇੱਕੋ ਚੀਜ਼ ਸੀ ਕਿ ਮੇਰੇ ਧੀ ਪੁੱਤ ਪੜ੍ਹ ਕੇ
ਆਪਣੇ ਫੈਸਲੇ ਮਰਜ਼ੀ ਨਾਲ ਕਰਨ, ਆਜ਼ਾਦੀ ਨਾਲ ਜੀਣ। ਇਹ ਗੱਲਾਂ ਭੁੱਲ ਕੇ ਅਮਨ ਨੂੰ ਲੱਗਾ ਕਿ ਪਿਆਰ ਹੀ ਆਜ਼ਾਦੀ ਦਿੰਦਾ ਹੈ। ਜਦੋਂ ਤੋਂ ਉਹਦਾ ਪਿਆਰ ਪ੍ਰਿੰਸ ਨਾਲ ਹੋਇਆ ਸੀ, ਉਦੋਂ ਤੋਂ ਲੱਗਦਾ ਸੀ ਜਿਵੇਂ ਉਹ ਆਜ਼ਾਦ ਹੋ ਗਈ ਹੋਵੇ। ਪ੍ਰਿੰਸ ਉਸਦੀ ਹਰ ਗੱਲ ਮੰਨਦਾ, ਹਰ ਖੁਸ਼ੀ ਗਮੀ ਦਾ ਖਿਆਲ ਰੱਖਦਾ, ਉਸਨੂੰ ਰੋਂਦੀ ਵੇਖ ਰੋਣ ਲੱਗ ਜਾਂਦਾ। ਅਮਨ ਨੇ ਕਿੰਨੀਆਂ ਹੀ ਆਪਣੇ ਆਸ-ਪਾਸ ਮੁੰਡੇ ਕੁੜੀਆਂ ਵੇਖੇ ਸੀ ਜੋ ਪਿਆਰ 'ਚ ਹੋ ਕੇ ਵੀ ਲਵ ਮੈਰਿਜ ਨਾ ਕਰਵਾ ਸਕੇ, ਘਰਦਿਆਂ ਅੱਗੇ ਜਿਨ੍ਹਾਂ ਦੀ ਬੱਸ ਨਾ ਚੱਲੀ। ਜਿਵੇਂ ਗੁਲਾਮਾਂ ਨੂੰ ਬੰਨ੍ਹ ਦਿੱਤਾ ਜਾਂਦਾ ਹੈ, ਇੰਜ ਉਹਨਾਂ ਦੀਆਂ ਸਦਰਾਂ ਨੂੰ ਬੰਨ੍ਹ ਕੇ ਤੋੜ ਦਿੱਤਾ ਸੀ। ਪਰ ਉਸਨੂੰ ਪਤਾ ਸੀ ਕਿ ਉਹ ਲਵ ਮੈਰਿਜ ਕਰਵਾਏਗੀ, ਜੋ ਉਸਦੇ ਪਰਿਵਾਰ 'ਚ ਆਸ-ਪਾਸ ਹਜੇ ਬਹੁਤ ਦੇਖਣ ਸੁਣਨ ਨੂੰ ਘੱਟ ਸੀ। ਜ਼ਿੰਦਗੀ ਨੂੰ ਆਪਣੀ ਮਰਜ਼ੀ ਨਾਲ ਜੀਣ ਦੇ ਉਸਦੇ ਸੁਪਨੇ ਸਾਕਾਰ ਸਨ ਤੇ ਅਮਨ ਦੇ ਉਸਦੇ ਲਈ ਲਏ ਸਟੈਂਡ ਨਾਲ ਉਸਨੂੰ ਸਾਫ਼ ਲੱਗਾ ਕਿ ਉਸਨੇ ਸਹੀ ਬੰਦਾ ਚੁਣਿਆ ਆਪਣੇ ਲਈ। ਪ੍ਰਿੰਸ ਦੇ ਘਰਦਿਆਂ ਨੂੰ ਵੀ ਜ਼ਿਆਦਾ ਇੰਤਜ਼ਾਰ ਨਹੀਂ ਸੀ। ਦੋਵੇਂ ਪਰਿਵਾਰ ਇੱਕੋ ਜਿਹੇ ਸਨ ਤੇ ਕੁੜੀ ਵੀ ਸੋਹਣੀ ਸੀ। ਪਰਿਵਾਰ ਤਕੜਾ ਸੀ। ਮੁੰਡੇ ਦੀ ਪਸੰਦ ਨੂੰ ਭਲਾ ਉਹ ਕਿਉਂ ਮੋੜਨ ਲੱਗੇ ਸੀ। ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਹੋਈ, ਦਿਨਾਂ 'ਚ ਹੀ ਵਿਆਹ ਹੋ ਗਿਆ। ਸਕੂਲੋਂ ਨਿਕਲ ਕੇ ਪ੍ਰਿੰਸ ਨੇ ਪੜ੍ਹਾਈ ਵਾਲੇ ਕੰਮ ਨੂੰ ਤਾਂ ਤਿਲਾਂਜਲੀ ਦੇ ਕੇ ਆਪਣਾ ਖੇਤੀ ਵਾਲਾ ਕੰਮ ਦੇਖਣ ਲੱਗਾ। ਹੁਣ ਉਸਦਾ ਸਮਾਂ ਖੇਤਾਂ 'ਚ ਕੱਟਦਾ ਜਾਂ ਅਮਨ ਦੀ ਬੁੱਕਲ 'ਚ। ਰਾਤ ਭਰ ਜਾਗ ਕੇ ਵੀ ਤੇ ਦੁਪਹਿਰੇ ਵੀ ਇੱਕ ਦੂਜੇ ਨਾਲ ਕੱਟ ਕੇ ਵੀ ਦੋਵਾਂ ਦਾ ਇੱਕ ਦੂਜੇ ਤੋਂ ਦਿਲ ਨਹੀਂ ਸੀ ਭਰਦਾ। ਜਿੰਨਾ ਸਮਾਂ ਇੱਕ ਦੂਜੇ ਨਾਲ ਬਿਤਾ ਰਹੇ ਸੀ, ਓਨੀ ਹੀ ਤਾਂਘ ਵੱਧਦੀ ਜਾਂਦੀ ਸੀ। ਜਲਦੀ ਹੀ ਮਾਰਚ ਮਹੀਨਾ ਆ ਗਿਆ। ਉਦੋਂ ਸੁਰਤ ਸੰਭਲੀ ਜਦੋਂ ਪੇਪਰਾਂ ਦੀ ਡੇਟਸ਼ੀਟ ਸਾਹਮਣੇ ਆ ਗਈ। ਅਮਨ ਨੂੰ ਪਤਾ ਸੀ ਕਿ ਪ੍ਰਿੰਸ ਨੇ ਨਾ ਹੁਣ ਪੜ੍ਹਨਾ ਹੈ, ਨਾ ਉਹਨੇ ਉਸਨੂੰ ਪੜ੍ਹਨ ਦੇਣਾ। ਸੋ ਉਸਨੇ ਸਲਾਹ ਬਣਾਈ ਕਿ ਉਹ ਆਪਣੇ ਪਿੰਡ ਚੱਲ ਜਾਵੇ ਤੇ ਉੱਥੇ ਪੇਪਰ ਦੇ ਕੇ ਹੀ ਵਾਪਸ ਪਰਤੇ। ਪਰ ਪ੍ਰਿੰਸ ਨੂੰ ਇਹ ਕਿੱਥੇ ਮਨਜ਼ੂਰ। ਉਹਦਾ ਵਸ ਚੱਲਦਾ ਤਾਂ ਉਹ ਕਦੇ ਖੇਤ ਨਾ ਜਾਂਦਾ। ਉਸਨੂੰ ਅਮਨ ਦਾ ਐਸਾ ਨਸ਼ਾ ਲੱਗਾ ਸੀ। ਆਖਰ ਫੈਸਲਾ ਦੋਵਾਂ ਨੇ ਕੀਤਾ ਕਿ ਉਹ ਸਿਰਫ ਰਾਤ ਨੂੰ ਹੀ ਇਕੱਲੇ ਹੋਣਗੇ ਰੂਮ 'ਚ। ਦਿਨ 'ਚ ਅਮਨ ਪੜ੍ਹੇਗੀ ਤੇ ਉਸਦੀ ਮਦਦ ਦੇ ਲਈ ਇੱਕ ਟਿਊਟਰ ਰੱਖ ਦਿੱਤਾ ਜਾਵੇਗਾ ਜੋ ਉਹਨੂੰ ਪਾਸ ਹੋਣ 'ਚ ਮੁਸ਼ਕਿਲ ਨਾ ਹੋਵੇ। ਪਿੰਡ ਦੇ ਹੀ ਸਰਕਾਰੀ ਸਕੂਲ 'ਚ ਪੜ੍ਹਾਉਣ ਵਾਲੇ ਨਾਲ ਦੇ ਪਿੰਡ ਦੇ ਇੱਕ ਨਵੇਂ ਮਾਸਟਰ ਬਣੇ ਮੁੰਡੇ ਨੂੰ ਅਮਨ ਨੂੰ ਪੜ੍ਹਾਉਣ ਲਈ ਰੱਖ ਦਿੱਤਾ। ਇੱਕ ਅਲੱਗ ਕਮਰਾ ਦੇ ਦਿੱਤਾ ਗਿਆ ਤੇ ਮਾਸਟਰ ਜਤਿੰਦਰ ਰੋਜ਼ ਆਉਂਦਾ ਤੇ ਉਹਨੂੰ ਪੜ੍ਹਾ ਜਾਂਦਾ। ਇੰਨੇ ਦਿਨੀ ਅਮਨ ਨੇ ਸੱਸ ਸਹੁਰੇ ਦਾ ਇੱਕ ਅਜੀਬ ਜਿਹਾ ਰੂਪ ਵੇਖਿਆ। ਉਂਝ ਉਸ ਦੇ ਇਕੱਲੀ ਪੜ੍ਹਦੀ ਨੂੰ ਕੋਈ ਪੁੱਛਦਾ ਨਹੀਂ ਸੀ, ਪਰ ਹੁਣ ਦੋਵਾਂ ਵਿੱਚ ਕੋਈ ਨਾ ਕੋਈ ਕਮਰੇ 'ਚ ਆਇਆ ਹੀ ਰਹਿੰਦਾ ਸੀ। ਕਦੇ ਚਾਹ ਪੁੱਛਣ, ਕਦੇ ਮਾਸਟਰ ਦਾ ਹਾਲ ਚਾਲ ਪੁੱਛਣ ਤੇ ਕਦੇ ਅਮਨ ਦੀ ਪੜ੍ਹਾਈ ਬਾਰੇ। ਬਾਹਰੋਂ ਆਵਾਜ਼ ਨਾ ਆਵੇ ਤਾਂ ਅਮਨ ਦਰਵਾਜ਼ਾ ਕਮਰੇ ਦਾ ਬੰਦ ਕਰ ਦਿੰਦੀ, ਤਾਂ ਉਹਨਾਂ 'ਚੋਂ ਕੋਈ ਵੀ ਆਉਂਦਾ ਤਾਂ ਪੂਰਾ ਦਰਵਾਜ਼ਾ ਖੋਲ ਜਾਂਦਾ। ਹੋਰ ਨਹੀਂ ਤਾਂ ਕਿਸੇ ਕਜ਼ਨ ਦੇ ਬੱਚੇ ਨੂੰ ਕੋਲ ਬਿਠਾ ਕੇ ਪੜ੍ਹਨ ਲਈ ਭੇਜ ਦਿੰਦੇ। ਅਮਨ ਕੁਲਝਦੀ। ਜਤਿੰਦਰ ਸਭ ਸਮਝਦਾ ਪਰ ਚੁੱਪ ਰਹਿੰਦਾ। ਉਹਨੇ ਸਭ ਕੁਝ ਪ੍ਰਿੰਸ ਨੂੰ ਦੱਸਿਆ ਵੀ, ਪਰ ਪ੍ਰਿੰਸ ਨੇ ਕੋਈ ਗੱਲ ਨਹੀਂ ਗੋਲੀ। ਉਸਨੂੰ ਲੱਗਿਆ ਬੇਬੇ ਬਾਪੂ ਨੂੰ ਪੜ੍ਹਾਈ ਦੀ ਫਿਕਰ ਹੀ ਹੈ, ਅਮਨ ਨੂੰ ਐਵੇਂ ਵਹਿਮ ਹੈ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਦੋਂ ਸਤਿੰਦਰ ਦੀ ਕਿਸੇ ਗੱਲ ਤੇ ਅਮਨ ਹੱਸ ਰਹੀ ਸੀ ਤਾਂ ਸੱਸ ਨੇ ਵੇਖ ਲਿਆ। ਉਦੋਂ ਤਾਂ ਕੁਝ ਵੀ ਨਹੀਂ ਕਿਹਾ, ਪਰ ਮਗਰੋਂ ਜ਼ਰੂਰ ਕਹਿ ਦਿੱਤਾ ਕਿ ਐਵੇਂ ਨਾ ਪਰਾਏ ਮਰਦ ਨਾਲ ਹੱਸੀਦਾ। ਹੁਣ ਤੂੰ ਵਿਆਹੀ ਵਰੀ ਹੈ, ਇਹ ਸਭ ਸ਼ੋਭਾ ਨਹੀਂ ਦਿੰਦਾ। ਕੋਈ ਦੇਖੂ ਤਾਂ ਕੀ ਕਹੂ। ਉਸ ਦਿਨ ਅਮਨ ਕਈ ਸਾਲਾਂ ਬਾਅਦ ਰੋਈ, ਰੋਟੀ ਨਾ ਖਾਧੀ। ਪ੍ਰਿੰਸ ਨੇ ਬਥੇਰਾ ਸਮਝਾਇਆ ਕਿ ਸਿਆਣੇ ਕਹਿੰਦੇ ਹੀ ਹੁੰਦੇ ਐ, ਉਹਨਾਂ ਦੀ ਸੋਚ ਆਪਾਂ ਨਹੀਂ ਬਦਲ ਸਕਦੇ। ਮੈਨੂੰ ਤੇਰੇ ਤੇ ਵਿਸ਼ਵਾਸ ਹੈ ਤੇ ਰਹੇਗਾ, ਤੇ ਮੈਂ ਤੇਰੇ ਨਾਲ ਹਾਂ ਹਮੇਸ਼ਾ। ਬਸ ਇਹ ਯਕੀਨ ਰੱਖ। ਅੱਜ ਫਿਰ ਅਮਨ ਨੂੰ ਲੱਗਾ ਕਿ ਉਸਨੇ ਜੋ ਜ਼ਿੰਦਗੀ 'ਚ ਖੱਟਿਆ ਉਹ ਪ੍ਰਿੰਸ ਹੀ ਹੈ। ਉਸਨੂੰ ਆਪਣੀ ਪਸੰਦ ਤੇ ਮਾਣ ਹੋ ਗਿਆ। ਪ੍ਰਿੰਸ ਨੇ ਆਪਣੇ ਹੱਥੀਂ ਉਸ ਰਾਤ ਉਸਨੂੰ ਰੋਟੀ ਖਵਾਈ। ਦੋਵੇਂ ਸਵੇਰੇ ਹੋਣ ਤੱਕ ਇੱਕ ਦੂਜੇ ਦੀਆਂ ਬਾਹਾਂ 'ਚ ਸਮਾਏ ਰਹੇ। ਪੇਪਰ ਚੰਗੇ ਹੋ ਗਏ ਤੇ ਜਤਿੰਦਰ ਦਾ ਪੜ੍ਹਾਉਣਾ ਵੀ ਬੰਦ ਹੋ ਗਿਆ। ਸੱਸ ਸਹੁਰੇ ਨੇ ਪ੍ਰਿੰਸ ਨੂੰ ਕੁਝ ਸਮਝਾ ਦਿੱਤਾ। ਉਹਨਾਂ ਦੇ ਵਿਵਹਾਰ ਵੀ ਬਦਲ ਗਿਆ। ਪਰ ਅਮਨ ਦਾ ਹੁਣ ਘਰ ਇਕੱਲੇ ਜੀ ਨਹੀਂ ਸੀ ਲੱਗਦਾ। ਪਹਿਲਾਂ ਤਾਂ ਪ੍ਰਿੰਸ ਆਨੀ ਬਹਾਨੀ ਦੁਪਹਿਰੇ ਗੇੜਾ ਮਾਰਦਾ ਸੀ। ਹੌਲੀ ਹੌਲੀ ਉਹ ਵੀ ਘਟ ਗਿਆ। ਰਾਤੀ ਵੀ ਕਈ ਵਾਰ ਖੇਤ ਰੁਕ ਜਾਂਦਾ ਤਾਂ ਉਸਨੂੰ ਘਰ ਵੱਢ ਖਾਣ ਨੂੰ ਦੌੜਦਾ। ਅਮਨ ਨੂੰ ਆਪਣੇ ਪੇਕੇ ਯਾਦ ਆਉਂਦੇ, ਜਿੱਥੇ ਉਹ ਪਲ ਵੀ ਘਰ ਨਹੀਂ ਟਿਕਦੀ ਸੀ। ਕਦੇ ਕਿਸੇ ਘਰ, ਕਦੇ ਕਿਸੇ ਘਰ। ਸਾਰਾ ਦਿਨ ਚਾਚੀਆਂ ਤਾਈਆਂ ਤੇ ਭਾਬੀਆਂ 'ਚ ਰੁੱਝੀ ਰਹਿੰਦੀ ਸੀ। ਆਖਰ ਉਹ ਲਾਇਬ੍ਰੇਰੀ 'ਚੋਂ ਕਿਤਾਬਾਂ ਮੰਗਵਾਉਣ ਲੱਗੀ।
ਅਮਨ ਜਤਿੰਦਰ ਤੋਂ ਹੀ ਕਿਤਾਬਾਂ ਲਿਆ ਕੇ ਉਸ ਨੂੰ ਫੜਾ ਦਿੰਦਾ ਤੇ ਉਹ ਪੜ੍ਹਦੀ ਰਹਿੰਦੀ। ਇੱਕ ਦਿਨ ਕਿਧਰੋਂ ਕੋਈ ਤੋਤਾ ਫੜ ਲਿਆਇਆ ਤੇ ਘਰ ਪਿੰਜਰੇ 'ਚ ਪਾ ਦਿੱਤਾ। ਜਦੋਂ ਵੀ ਅਮਨ ਦਾ ਦਿਲ ਸਾਰੇ ਕਾਸੇ ਤੋਂ ਉੱਭ ਜਾਂਦਾ ਤਾਂ ਤੋਤੇ ਨਾਲ ਗੱਲਾਂ ਕਰਦੀ ਰਹਿੰਦੀ ਜਿਵੇਂ ਉਸਦੀ ਕੋਈ ਸਹੇਲੀ ਹੋਵੇ। ਦਿਨ, ਹਫ਼ਤੇ ਤੇ ਮਹੀਨੇ ਲੰਘੇ, ਰਿਜ਼ਲਟ ਆ ਗਿਆ। ਅਮਨ ਹੁਣ ਕਾਲਜ ਪੜ੍ਹਨਾ ਚਾਹੁੰਦੀ ਸੀ, ਪਰ ਉਸ ਦੇ ਸੱਸ ਸਹੁਰੇ ਨੇ ਸਪਸ਼ਟ ਜਵਾਬ ਦਿੱਤਾ ਕਿ ਚੰਗੇ ਘਰਾਂ ਦੀਆਂ ਬਹੂਆਂ ਵਿਆਹ ਮਗਰੋਂ ਨਹੀਂ ਪੜ੍ਹਦੀਆਂ ਹੁੰਦੀਆਂ। ਲੋਕ ਕੀ ਕਹਿਣਗੇ? ਅਮਨ ਇਹ ਫੈਸਲਾ ਸੁਣ ਕੇ ਹੱਕੀ ਬੱਕੀ ਰਹਿ ਗਈ। ਉਸਨੇ ਜਿੱਦ ਫੜ ਲਈ, ਉਹ ਪੜ੍ਹੇਗੀ ਹੀ ਪੜ੍ਹੇਗੀ। ਅਮਨ ਨੂੰ ਇਹ ਪਤਾ ਸੀ ਕਿ ਪ੍ਰਿੰਸ ਉਸਦੀ ਗੱਲ ਨਹੀਂ ਕਦੇ ਮੋੜੇਗਾ। ਉਹ ਜਾਣਦਾ ਸੀ ਕਿ ਉਹ ਪੜ੍ਹ ਕੇ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਹੈ। ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜ਼ਨ ਨਾਲ ਉਸਦੇ ਐਨੂਅਲ ਫੰਕਸ਼ਨ 'ਚ ਕਾਲਜ ਗਈ ਸੀ, ਉਸਦੇ ਮਾਹੌਲ ਨੇ ਅਚੰਭਿਤ ਕਰ ਦਿੱਤਾ ਸੀ। ਕੱਲੀ ਹੀ ਉਹ ਖਾਲੀ ਕਲਾਸਰੂਮਾਂ 'ਚ ਘੁੰਮਦੀ ਰਹੀ ਸੀ। ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ। ਅੱਜ ਜਦੋਂ ਮੌਕਾ ਆਇਆ ਤਾਂ ਇਹ ਅੜਚਨ ਨੇ ਰਸਤਾ ਰੋਕ ਲਿਆ, ਪਰ ਪ੍ਰਿੰਸ ਦੇ ਸਾਥ ਦਾ ਉਹਨੂੰ ਭਰੋਸਾ ਸੀ। ਪਰ ਉਸਨੂੰ ਪ੍ਰਿੰਸ ਦੇ ਫੈਸਲੇ ਤੇ ਹੈਰਾਨੀ ਹੋਈ ਜਦੋਂ ਉਸਨੇ ਕਿਹਾ ਕਿ ਤੂੰ ਪੜ੍ਹਨਾ ਹੀ ਹੈ ਤਾਂ ਪ੍ਰਾਈਵੇਟ ਪੇਪਰ ਦੇ ਲਾ, ਤੈਨੂੰ ਪੜ੍ਹਨ ਤੋਂ ਕੋਈ ਨਹੀਂ ਰੋਕੇਗਾ, ਪਰ ਰੋਜ਼ ਕਾਲਜ ਕੌਣ ਛੱਡਣ ਜਾਓ ਤੇ ਲੈਣ ਜਾਓ। ਅੱਜ ਕੱਲ੍ਹ ਪੜ੍ਹਾਈ ਵੀ ਕਿਹੜੀ, ਕਾਲਜਾਂ 'ਚ ਮੁੰਡੇ ਕੁੜੀਆਂ ਦੇ ਪੱਲੇ ਆਸ਼ਕੀ ਹੀ ਹੈ। ਪ੍ਰਿੰਸ ਦੀਆਂ ਗੱਲਾਂ ਸੁਣ ਕੇ ਅਮਨ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਉਸ ਨੂੰ ਲੱਗਦਾ ਸੀ ਕਿ ਪ੍ਰਿੰਸ ਐਵੇਂ ਦੀ ਸੋਚਦਾ ਨਹੀਂ ਹੈ, ਉਹ ਉਸਦੀਆਂ ਖਵਾਇਸ਼ਾਂ ਦੀ ਕਦਰ ਕਰੇਗਾ। ਪਰ ਉਸਦੀ ਸੋਚ ਵੀ ਉਸੇ ਸੋਚ ਨਾਲ ਰਚ ਮਿਚ ਗਈ ਸੀ ਜੋ ਉਸਦੇ ਸੱਸ ਸਹੁਰੇ ਦੀ ਸੀ। ਅਮਨ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਸੀ। ਕਈ ਦਿਨ ਰੋਟੀ ਨਾ ਖਾਧੀ, ਪ੍ਰਾਈਵੇਟ ਪੜ੍ਹਨ ਤੋਂ ਵੀ ਇਨਕਾਰ ਕਰ ਦਿੱਤਾ। ਸਾਰਾ ਦਿਨ ਕਮਰੇ 'ਚ ਹੀ ਰਹਿੰਦੀ, ਕਿਸੇ ਨੂੰ ਬੁਲਾਉਂਦੀ ਨਾ, ਪ੍ਰਿੰਸ ਨੂੰ ਵੀ ਕੋਲ ਨਾ ਫਟਕਣ ਦਿੰਦੀ। ਘਰ ਵੀ ਕਿਸ ਨੂੰ ਦੱਸਦੀ ਸੀ ਤਾਂ ਸਿਰਫ ਪਿੰਜਰੇ 'ਚ ਬੰਦ ਤੋਤੇ ਨੂੰ। ਨਿੱਕੀਆਂ ਨਿੱਕੀਆਂ ਗੱਲਾਂ ਕਰਦੀ, ਵਧੇਰੇ ਕਿਤਾਬਾਂ ਪੜ੍ਹਨ ਲੱਗੀ। ਜ਼ਿੰਦਗੀ ਦਾ ਮਕਸਦ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਉਹ ਵਿਆਹ ਕਰਵਾ ਕੇ ਸਿਰਫ ਇਸ ਮਹਿਲਨੁਮਾ ਘਰ 'ਚ ਕੈਦ ਹੋਣ ਲਈ ਆਈ ਸੀ, ਜਿੱਥੋਂ ਬਾਹਰ ਨਿਕਲਣ ਲਈ ਹਰ ਵਾਰ ਉਸਦੇ ਨਾਲ ਕੋਈ ਪਹਿਰੇਦਾਰ ਜ਼ਰੂਰੀ ਸੀ। ਚਾਹੇ ਸੱਸ ਸੀ, ਸਹੁਰਾ ਸੀ, ਪ੍ਰਿੰਸ ਸੀ। ਕੀ ਹਰ ਔਰਤ ਦੀ ਇਹੋ ਕਹਾਣੀ ਹੈ? ਕਿਉਂ ਇਹ ਸਮਾਜ ਹਰ ਔਰਤ ਨੂੰ ਹਮੇਸ਼ਾ ਨਿਗਾਹਦਾਰੀ 'ਚ ਹੀ ਰੱਖਦਾ ਹੈ, ਭਾਵੇਂ ਉਹ ਕਿੱਡੀ ਵੀ ਵਫਾਦਾਰ ਕਿਉਂ ਨਾ ਹੋਵੇ? ਅਮਨ ਨੂੰ ਇੱਕੋ ਰਾਹ ਨਜ਼ਰ ਆਇਆ ਕਿ ਉਹ ਪੜ੍ਹੇਗੀ ਪ੍ਰਾਈਵੇਟ ਹੀ ਤੇ ਬਾਅਦ 'ਚ ਕੋਈ ਵਧੀਆ ਨੌਕਰੀ ਲਵੇਗੀ ਤੇ ਆਪਣੀ ਮਾਂ ਦੇ ਕਹਿਣ ਵਾਂਗ ਜ਼ਰੂਰ ਇੱਕ ਦਿਨ ਅਸਲ 'ਚ ਆਪਣੇ ਪੈਰਾਂ ਤੇ ਖੜੀ ਹੋਵੇਗੀ। ਉਸਨੇ ਪ੍ਰਿੰਸ ਨੂੰ ਸਭ ਦੱਸ ਦਿੱਤਾ ਤੇ ਪ੍ਰਿੰਸ ਨੇ ਘਰਦਿਆਂ ਨੂੰ ਵੀ ਨੌਕਰੀ ਵਾਲੀ ਗੱਲ ਛੱਡ ਕੇ ਸਭ ਦੱਸ ਦਿੱਤਾ। ਉਹਨੂੰ ਲੱਗਿਆ ਕਿ ਇਹ ਫਤੂਰ ਹੈ ਨੌਕਰੀ ਦਾ, ਜਦੋਂ ਤੱਕ ਸਮਾਂ ਆਊ ਉਦੋਂ ਤੱਕ ਉੱਤਰ ਜਾਊਗਾ। ਪਰ ਸਮੱਸਿਆ ਸੀ ਕਿ ਬਾਕੀ ਵਿਸ਼ੇ ਹੋ ਜਾਣਗੇ, ਪਰ ਅੰਗਰੇਜ਼ੀ ਦਾ ਔਖਾ ਸੀ। ਪ੍ਰਿੰਸ ਨੇ ਬਿਨਾਂ ਸਮਾਂ ਲਾਏ ਫੈਸਲਾ ਕੀਤਾ ਕਿ ਜਤਿੰਦਰ ਹੀ ਪੜ੍ਹਾ ਜਾਇਆ ਕਰੇਗਾ, ਅੰਗਰੇਜ਼ੀ ਵੀ ਤੇ ਬਾਕੀ ਕੋਈ ਵਿਸ਼ਾ ਵੀ ਜਿੱਥੇ ਲੋੜ ਪਈ। ਪਰ ਇਸ ਵਾਰ ਉਸਨੇ ਤਾੜਨਾ ਕੀਤੀ ਘਰਦਿਆਂ ਨੂੰ ਕਿ ਪਿਛਲੀ ਵਾਰ ਵਾਂਗ ਕੋਈ ਤੰਗ ਨਾ ਕੀਤਾ ਜਾਵੇ। ਇਹ ਗੱਲ ਉਸਨੇ ਅਮਨ ਨੂੰ ਸੁਣਾ ਕੇ ਕਹੀ ਸੀ ਤਾਂ ਜੋ ਉਸਨੂੰ ਯਕੀਨ ਰਹੇ ਕਿ ਪ੍ਰਿੰਸ ਹਮੇਸ਼ਾ ਉਸਦੇ ਨਾਲ ਹੈ। ਉਹ ਸੀ ਵੀ, ਪਰ ਉਸਦੀ ਉੱਠਣੀ ਬੈਠਣੀ ਨੇ ਉਸਦੀ ਸੋਚ ਥੋੜੀ ਬਦਲ ਦਿੱਤੀ ਸੀ। ਭਾਵੇਂ ਪਿਆਰ 'ਚ ਕੋਈ ਕਮੀ ਨਹੀਂ ਸੀ ਅਜੇ ਵੀ, ਪਰ ਉਹਦੀ ਕੇਅਰ ਪਹਿਲਾਂ ਵਾਲੀ ਨਹੀਂ ਸੀ। ਉਹ ਕੰਮ ਅਤੇ ਅਮਨ ਵਿੱਚੋਂ ਚੋਣ ਕੰਮ ਨੂੰ ਪਹਿਲ ਦਿੰਦਾ ਤੇ ਕਈ ਵਾਰ ਉਸਦੀ ਸਲਾਹ ਤੇ ਹੂੰ ਹਾਂ ਕਰ ਛੱਡਦਾ, ਪਰ ਜਦੋਂ ਮਿੱਠੀਆਂ ਗੱਲਾਂ ਕਰਦਾ ਤਾਂ ਸਿਰੇ ਲਾ ਦਿੰਦਾ। ਪਰ ਉਹ ਹੜ੍ਹ ਦੀ ਬਦਲੀ ਵਾਂਗ ਕਦੇ-ਕਦੇ ਹੀ ਹੁੰਦਾ। ਹੁਣ ਤਾਂ ਅਮਨ ਨੂੰ ਹੁਣ ਜਤਿੰਦਰ ਮਾਸਟਰ ਪੜ੍ਹਾਉਣ ਆਉਣ ਲੱਗ ਗਿਆ। ਉਹ ਨੌਜਵਾਨ ਸੀ ਅਜੇ, ਪਰ ਕਿਤਾਬਾਂ ਪੜ੍ਹਨ ਦੇ ਅਗਾਂਹਵਧੂ ਸੋਚ ਦਾ ਮਾਲਕ ਸੀ। ਅਮਨ ਉਸ ਨਾਲ ਖੁੱਲ੍ਹ ਕੇ ਗੱਲਾਂ ਕਰਦੀ, ਆਪਣੀ ਜ਼ਿੰਦਗੀ ਦੀਆਂ, ਆਪਣੀ ਸੋਚ ਦੀਆਂ, ਆਪਣੇ ਆਉਣ ਵਾਲੇ ਪਲਾਨ ਦੀਆਂ। ਕਦੇ ਉਹ ਕਿਤਾਬਾਂ ਦੀਆਂ ਗੱਲਾਂ ਕਰਦੇ ਜੋ ਦੋਵਾਂ ਨੇ ਪੜ੍ਹੀਆਂ ਹੁੰਦੀਆਂ। ਕਦੇ-ਕਦੇ ਅਮਨ ਸੋਚਦੀ, ਕਾਸ਼ ਪ੍ਰਿੰਸ ਵੀ ਐਵੇਂ ਹੀ ਕਿਤਾਬਾਂ ਪੜ੍ਹਦਾ ਤੇ ਉਸ ਨਾਲ ਗੱਲਾਂ ਕਰਦਾ। ਉਹਨੂੰ ਸੁਪਨਾ ਆਉਂਦਾ ਕਿ ਜਤਿੰਦਰ ਨੇ ਬੈਠੇ-ਬੈਠੇ ਰੂਪ ਵਟਾ ਲਿਆ ਹੋਵੇ ਤੇ ਉਹਨੂੰ ਆਖਦਾ ਕਿ ਮੈਂ ਤਾਂ ਘਰਦਿਆਂ ਤੋਂ ਡਰਦੇ ਨੇ ਐਵੇਂ ਕੀਤਾ ਹੋਇਆ ਹੈ, ਮੈਂ ਤੇਰਾ ਪ੍ਰਿੰਸ ਹੀ ਹਾਂ। ਫਿਰ ਦੋਵੇਂ ਇੱਕ ਦੂਸਰੇ ਦੀਆਂ ਬਾਹਾਂ ਦੇ ਨਿੱਘ 'ਚ ਕਿਤਾਬ ਪੜ੍ਹਦੇ-ਪੜ੍ਹਦੇ ਸੋ ਜਾਂਦੇ। ਇਹ ਤਾਂ ਸੁਪਨਾ ਸੀ, ਪਰ ਇੱਕ ਹਕੀਕਤ ਨੇ ਉਸਦੀ ਨੀਂਦ ਹਰਾਮ ਕਰ ਦਿੱਤੀ। ਅਚਾਨਕ ਹੀ
ਪ੍ਰੋਟੈਕਸ਼ਨ ਦੇ ਮਾਮਲੇ 'ਚ ਪਤਾ ਹੀ ਨਹੀਂ ਕਿੱਥੇ ਖੁੱਝ ਗਈ ਕਿ ਉਸ ਨੂੰ ਮਹੀਨਾ ਚੜ੍ਹੇ ਤੇ ਪਤਾ ਹੀ ਨਹੀਂ ਲੱਗਾ ਕਿ ਉਹ ਪ੍ਰੈਗਨੈਂਟ ਹੋ ਗਈ। ਇਸ ਲਈ ਉਹ ਤਿਆਰ ਨਹੀਂ ਸੀ। ਭਾਵੇਂ ਪਹਿਲੇ ਸਾਲ ਦੇ ਪੇਪਰ ਦੇ ਦਿੱਤੇ ਸੀ, ਪਰ ਉਹਦੀ ਉਮਰ ਹਜੇ 20 ਵੀ ਨਹੀਂ ਸੀ ਤੇ ਉਹ ਬੱਚਾ ਨਹੀਂ ਸੀ ਚਾਹੁੰਦੀ। ਪ੍ਰਿੰਸ ਨੂੰ ਉਹਨੇ ਦੱਸਿਆ ਤਾਂ ਉਹ ਖੁਸ਼ੀ ਨਾਲ ਨੱਚ ਹੀ ਉੱਠਿਆ। ਉਸ ਦੀ ਪੂਰੀ ਗੱਲ ਸੁਣੇ ਬਿਨਾਂ ਹੀ ਘਰ ਦੱਸ ਦਿੱਤਾ ਤੇ ਅੱਧੀਆਂ ਰਿਸ਼ਤੇਦਾਰੀਆਂ 'ਚ। ਅਮਨ ਕਹਿਣਾ ਤਾਂ ਚਾਹੁੰਦੀ ਸੀ ਕਿ ਉਹ ਅਬੋਰਸ਼ਨ ਕਰਵਾਉਣਾ ਚਾਹੁੰਦੀ ਹੈ, ਪਰ ਪ੍ਰਿੰਸ ਦੀ ਖੁਸ਼ੀ ਦੇਖ ਕੇ ਉਹ ਕਹਿ ਨਾ ਸਕੀ। ਪ੍ਰਿੰਸ ਦੀਆਂ ਅੱਖਾਂ 'ਚ ਪਿਆਰ ਤੇ ਉਸ ਦੀ ਕੇਅਰ ਦੇਖ ਕੇ ਉਹਨੇ ਇਹ ਖੁਸ਼ੀ ਉਹਦੇ ਨਾਮ ਕਰਨ ਦੀ ਸੋਚ ਹੀ ਲਈ। ਪ੍ਰਿੰਸ ਨੇ ਵੀ ਤਾਂ ਉਸ ਦਾ ਸਾਥ ਦਿੱਤਾ ਸੀ ਹਰ ਜਗ੍ਹਾ। ਮਹੀਨੇ ਲੰਘੇ ਤੇ ਆਖਰ ਉਹਦੇ ਘਰ ਇੱਕ ਬੜੀ ਹੀ ਪਿਆਰੀ ਬੱਚੀ ਨੇ ਜਨਮ ਲਿਆ। ਸਭ ਨੂੰ ਜਿਵੇਂ ਇੱਕ ਖਿਡੌਣਾ ਮਿਲ ਗਿਆ ਹੋਵੇ। ਪ੍ਰਿੰਸ ਨੂੰ, ਉਹਦੀ ਸੱਸ ਨੂੰ ਤੇ ਸਹੁਰੇ ਨੂੰ ਬੱਚੀ ਖਿਡਾਉਣ ਤੋਂ ਹੀ ਫੁਰਸਤ ਨਾ ਮਿਲਦੀ। ਬੱਚੀ ਦਾ ਨਾਮ ਹੀ ਉਹਨਾਂ ਨੇ ਕਿਰਨ ਰੱਖਿਆ। ਉਹਦੇ ਜੀਵਨ 'ਚ ਉਹ ਪਿਆਰ ਦੀਆਂ ਕਿਰਨਾਂ ਲੈ ਕੇ ਜੋ ਆਈ ਸੀ, ਉਸਦੇ ਸਰੀਰ ਦੇ ਵਧਣ ਤੋਂ ਲੈ ਕੇ ਮੁੜ ਉਸ ਸ਼ੇਪ 'ਚ ਵਾਪਸ ਆਉਣ ਤੱਕ ਜਿਸ ਬੰਦੇ ਨੇ ਉਸ ਨੂੰ ਸਭ ਤੋਂ ਗੌਰ ਨਾਲ ਦੇਖਿਆ ਸੀ, ਉਹ ਮਾਸਟਰ ਜਤਿੰਦਰ ਹੀ ਸੀ। ਦੋਵੇਂ ਜਿਵੇਂ ਇੱਕ ਅਲੱਗ ਲੈਵਲ ਤੇ ਇੱਕ ਦੂਜੇ ਦੇ ਦੋਸਤ ਹੋ ਚੁੱਕੇ ਹੋਣ। ਜਤਿੰਦਰ ਹਮੇਸ਼ਾ ਹੀ ਕਹਿੰਦਾ ਸੀ ਕਿ ਕਿਵੇਂ ਕੁੜੀਆਂ ਨੂੰ ਆਪਣੇ ਫੈਸਲੇ ਲੈਣੇ ਚਾਹੀਦੇ ਹੈ ਤੇ ਕਿੰਜ ਜੀਵਨ ਜਿਉਣਾ ਚਾਹੀਦਾ ਹੈ। ਉਹ ਉਹਨਾਂ ਔਰਤਾਂ ਦੀਆਂ ਕਹਾਣੀਆਂ ਦੱਸਦਾ ਜਿਨ੍ਹਾਂ ਨੇ ਸੱਚਮੁੱਚ ਆਪਣੇ ਫੈਸਲੇ ਲੈ ਕੇ ਖੁਦ ਨੂੰ ਹੀ ਨਹੀਂ, ਦੁਨੀਆ ਨੂੰ ਵੀ ਬਦਲ ਦਿੱਤਾ। ਅਮਨ ਨੇ ਵੀ ਕੋਈ ਐਸੀ ਕੁੜੀ ਬਣਨਾ ਚਾਹੁੰਦੀ ਸੀ ਜੋ ਦੁਨੀਆ ਦੇ ਕਿਸੇ ਹਿੱਸੇ ਤੇ ਆਪਣਾ ਨਾਮ ਚਮਕਾ ਸਕੇ। ਉਹ ਬਾਰ-ਬਾਰ ਇੱਕੋ ਗੱਲ ਕਹਿੰਦੀ। ਉਸਨੇ ਪਸੰਦ ਨਾਲ ਜੀਵਨ ਸਾਥੀ ਚੁਣਿਆ ਤੇ ਮਗਰੋਂ ਕਿੰਨੀਆਂ ਹੀ ਹੋਰ ਕੁੜੀਆਂ ਮੁੰਡਿਆਂ ਨੇ ਪਿਆਰ ਵਿਆਹ ਕਰਵਾਏ। ਉਸਨੂੰ ਇਹ ਗੱਲ ਖੁਸ਼ੀ ਦਿੰਦੀ ਕਿ ਪਿਆਰ ਆਜ਼ਾਦੀ ਨਾਲ ਕਰਕੇ ਉਹ ਜੀ ਰਹੀਆਂ ਹਨ। ਬਸ ਸੁਪਨਾ ਸੀ ਕਿਤਾਬਾਂ ਵਾਲੀਆਂ ਕੁੜੀਆਂ ਵਾਂਗ ਦੁਨੀਆ ਬਦਲਣ ਦਾ। ਉਸਦੀਆਂ ਗੱਲਾਂ ਨੂੰ ਪ੍ਰਿੰਸ ਖੋਖਲੀਆਂ ਤੇ ਕਿਤਾਬੀ ਆਖਦਾ ਸੀ। ਉਹਨੂੰ ਲੱਗਦਾ ਸੀ ਕਿ ਜੋ ਲੋਕ ਕਿਤਾਬੀ ਗੱਲਾਂ ਕਰਦੇ ਹਨ ਉਹ ਅਸਲ ਜ਼ਿੰਦਗੀ ਦੇ ਫੈਸਲੇ ਨਹੀਂ ਲੈ ਪਾਉਂਦੇ। 3 ਸਾਲ ਦੀ ਪੜ੍ਹਾਈ ਦੇ ਮਗਰੋਂ ਤੇ ਫਿਰ ਇੱਕ ਕੰਪੀਟੀਸ਼ਨ ਦੀ ਤਿਆਰੀ ਕਰਕੇ ਆਖਰ ਉਸ ਨੂੰ ਨੌਕਰੀ ਮਿਲ ਹੀ ਗਈ। ਇਸ ਦਾ ਸਾਥ ਦਿੱਤਾ ਸਭ ਤੋਂ ਜ਼ਿਆਦਾ ਜਤਿੰਦਰ ਨੇ। ਨੌਕਰੀ ਦੇ ਫਾਰਮ ਭਰਨ ਦਾ ਪਤਾ ਵੀ ਪ੍ਰਿੰਸ ਨੂੰ ਪੇਪਰ ਵਾਲੇ ਦਿਨ ਲੱਗਾ ਸੀ। ਆਖਰ ਘਰੇ ਚਿੱਠੀ ਆਈ ਜੁਆਇਨ ਕਰਨ ਲਈ ਤੇ ਭੁਚਾਲ ਆ ਗਿਆ। ਜੁਆਇਨ ਵੀ ਇੰਨੀ ਕੁ ਦੂਰ ਸੀ ਕਿ ਰੋਜ਼ ਘਰ ਜਾਣਾ ਮੁਸ਼ਕਿਲ ਸੀ ਤੇ ਉੱਥੇ ਹੀ ਰਹਿਣਾ ਪੈਣਾ ਸੀ। ਘਰ ਦੇ ਅੜੇ ਹੋਏ ਸੀ ਕਿ ਨੌਕਰੀ ਨਹੀਂ ਕਰਨੀ। ਅਸੀਂ ਨੌਕਰੀ ਕਰਵਾ ਕੇ ਲੋਕਾਂ ਤੋਂ ਇਹ ਨਹੀਂ ਕਹਾਉਣਾ ਕਿ ਨੌ ਦੀ ਕਮਾਈ ਖਾਂਦੇ ਨੇ। ਪ੍ਰਿੰਸ ਫਸਿਆ ਮਹਿਸੂਸ ਕਰ ਰਿਹਾ ਸੀ, ਪਰ ਬਾਪੂ ਬੇਬੇ ਦੀ ਜਿੱਦ ਅੱਗੇ ਉਹ ਵੀ ਝੁਕ ਗਿਆ। ਪਰ ਅਮਨ ਆਪਣੀ ਜਿੱਦ ਤੇ ਟਿਕੀ ਹੋਈ ਸੀ। ਉਸਨੇ ਪਿਛਲੇ 5 ਸਾਲ ਇਹ ਘਰ ਦੀ ਕੈਦ 'ਚ ਇਹੋ ਉਮੀਦ ਨਾਲ ਕੱਟੇ ਸੀ ਕਿ ਇੱਕ ਦਿਨ ਉਹ ਆਪਣੇ ਸਾਰੇ ਫੈਸਲੇ ਖੁਦ ਕਰ ਸਕੇਗੀ ਤੇ ਇਹਨਾਂ ਨਜ਼ਰਾਂ ਤੋਂ ਬਾਹਰ ਨਿਕਲੇਗੀ। ਬੜੀ ਲੜਾਈ ਹੋਈ, ਕਈ ਦਿਨ ਕਲੇਸ਼ ਚੱਲਦਾ ਰਿਹਾ। ਪ੍ਰਿੰਸ ਘਰ ਆਉਂਦਾ ਤਾਂ ਅਮਨ ਜਾਂ ਰੋਂਦੀ ਜਾਂ ਲੜਦੀ। ਉਹਨੇ ਰਾਤੀ ਸੌਣਾ ਵੀ ਖੇਤਾਂ 'ਚ ਸ਼ੁਰੂ ਕਰਤਾ। ਪਰ ਅਮਨ ਇਸ ਵਾਰ ਆਪਣੇ ਫੈਸਲੇ ਤੇ ਅੜਿੱਗ ਰਹੀ। ਉਸ ਨੂੰ ਲੱਗਾ ਕਿ ਉਹ ਜੁਆਇਨ ਕਰੇਗੀ ਤੇ ਮਗਰੋਂ ਸਭ ਠੀਕ ਹੋ ਜਾਊ। ਪਰ ਇੱਕ ਵਾਰ ਇਸ ਸਭ ਲਈ ਉਸ ਨੂੰ ਕਿਸੇ ਦੀ ਲੋੜ ਸੀ ਜੋ ਉਸ ਨੂੰ ਇੱਕ ਵਾਰ ਜੁਆਇਨ ਕਰਵਾ ਕੇ ਉੱਥੇ ਰਹਿਣ ਦਾ ਪ੍ਰਬੰਧ ਕਰਵਾ ਸਕੇ। ਉਸਨੇ ਚੁੱਪ ਕੇ ਜਤਿੰਦਰ ਨਾਲ ਫੋਨ ਤੇ ਗੱਲ ਕੀਤੀ ਕਿ ਉਹ ਉਸ ਨਾਲ ਜਾਵੇ ਤੇ ਸਭ ਪ੍ਰਬੰਧ ਕਰਵਾ ਕੇ ਆਵੇ। ਪਰ ਜਤਿੰਦਰ ਕਿਸੇ ਵੀ ਐਸੇ ਝਗੜੇ 'ਚ ਨਹੀਂ ਪੈਣਾ ਚਾਹੁੰਦਾ ਸੀ। ਉਸ ਨੂੰ ਲੱਗਦਾ ਸੀ ਕਿ ਇੰਜ ਕਰਦਿਆਂ ਕਿਸੇ ਨੇ ਦੇਖ ਲਿਆ, ਪਿੰਡ 'ਚ ਖੁੰਬਾਂ ਦੀਆਂ ਡਾਰਾਂ ਬਣਨਗੀਆਂ, ਟਾਈਮ ਨਹੀਂ ਲੱਗਦਾ। ਜਤਿੰਦਰ ਦੇ ਇਸ ਵੇਲੇ ਸਾਥ ਛੱਡ ਦੇਣ ਤੇ ਅਮਨ ਰੋਣ ਹੱਕੀ ਹੋ ਗਈ ਸੀ। ਉਸ ਨੂੰ ਪ੍ਰਿੰਸ ਦੀ ਕਹੀ ਗੱਲ ਯਾਦ ਆ ਗਈ ਕਿ ਕੁਝ ਲੋਕੀ ਸਿਰਫ ਗਿਆਨ ਵੰਡ ਸਕਦੇ ਐ, ਅਮਲ ਨਹੀਂ ਕਰ ਸਕਦੇ। ਪਰ ਉਸਨੇ ਜਤਿੰਦਰ ਨੂੰ ਸਾਫ਼ ਕਹਿ ਦਿੱਤਾ ਕਿ ਉਹ ਪਾਠੀ ਲੱਗਣ ਤੋਂ ਪਹਿਲਾਂ ਉਸੇ ਦੀ ਵੇਟ ਕਰੇਗੀ। ਜੇ ਉਹ ਨਾ ਆਇਆ ਤਾਂ ਉਹ ਇਕੱਲੀ ਹੀ ਚਲੀ ਜਾਵੇਗੀ, ਕਿਸੇ ਵੀ ਹਿੱਲੇ ਤੇ ਨਾਮ ਉਸ ਦਾ ਲਗਾ ਜਾਵੇਗੀ। ਜਤਿੰਦਰ ਨੂੰ ਇਹ ਤਾਂ ਪਤਾ ਸੀ ਕਿ ਉਹ ਜਾ ਨਹੀਂ ਸਕਦੀ ਕਿਤੇ, ਪਰ ਉਸਦੇ ਮਨ 'ਚ ਡਰ ਬੈਠ ਗਿਆ। ਸਾਰੀ ਰਾਤ ਸੋਚਦਾ ਰਿਹਾ। ਪਾਠੀ ਲੱਗਣ ਤੱਕ ਫਿਰ ਉਸ ਤੋਂ ਪਿਆ ਨਾ ਗਿਆ। ਉੱਠ ਕੇ ਗੁਰਦੁਆਰੇ ਵੱਲ ਚੱਲ ਪਿਆ। ਅਮਨ ਦਾ ਘਰ ਗੁਰਦੁਆਰੇ ਦੇ ਸਾਹਮਣੇ ਹੀ ਸੀ। ਗੁਰਦੁਆਰੇ ਕੋਲ ਪਹੁੰਚਿਆ ਤਾਂ ਅਮਨ ਦੇ ਘਰੋਂ ਉੱਚੀ ਆਵਾਜ਼ਾਂ ਤੇ ਭੱਜ ਦੌੜ ਜਿਹੀ ਦੇਖ ਕੇ ਉਸਨੂੰ ਲੱਗਾ ਕਿ ਭਾਣਾ ਵਰਤ ਗਿਆ। ਪਰ ਜਦੋਂ ਉਸਨੇ ਵਿੱਚ ਹੀ ਅਮਨ ਦੀ ਆਵਾਜ਼ ਸੁਣੀ ਤਾਂ ਸਾਹ 'ਚ ਸਾਹ ਆਇਆ। ਮਸਲਾ ਕੀ ਹੈ ਇਹ ਸਮਝਣ ਲਈ
ਇੱਕ ਦੋ ਹੋਰ ਜਣਿਆਂ ਨਾਲ ਅੰਦਰ ਚਲਾ ਗਿਆ। ਪਤਾ ਲੱਗਾ ਕਿ ਰਾਤੀ ਕਿਸੇ ਤੋਂ ਤੋਤੇ ਦਾ ਪਿੰਜਰਾ ਖੁੱਲਾ ਰਹਿ ਗਿਆ ਜੋ ਉੱਡ ਗਿਆ ਸੀ ਤੇ ਘਰ 'ਚ ਕਿਤੇ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਮੂੰਹ ਹਨੇਰੇ 'ਚ ਮਿਲ ਗਿਆ ਤਾਂ ਠੀਕ, ਦਿਨ 'ਚ ਕਿਤੇ ਉੱਡ ਗਿਆ ਤਾਂ ਮਿਲਣਾ ਨਹੀਂ। ਪ੍ਰਿੰਸ ਵੀ ਘਰ ਸੀ। ਉਹਨੇ ਜਤਿੰਦਰ ਨੂੰ ਦੱਸਿਆ ਕਿ ਅਮਨ ਨੇ ਨੌਕਰੀ ਨਾ ਕਰਨ ਦਾ ਫੈਸਲਾ ਕਰ ਲਿਆ ਹੈ। ਪ੍ਰਿੰਸ ਉਹਨੂੰ ਚਾਹ ਪਾਣੀ ਲਈ ਬਿਠਾ ਕੇ ਆਪ ਫਿਰ ਤੋਤਾ ਹੀ ਲੱਭਣ ਲੱਗ ਗਿਆ। ਅਮਨ ਚਾਹ ਲੈ ਆਈ ਪਰ ਜਤਿੰਦਰ ਉਸ ਨਾਲ ਨਜ਼ਰਾਂ ਨਾ ਮਿਲਾ ਸਕਿਆ। ਅਮਨ ਨੇ ਕਿਹਾ ਕਿ ਤੂੰ ਸੋਚਦਾ ਹੋਵੇਗਾ ਮੈਂ ਗਈ ਕਿਉਂ ਨਹੀਂ। ਮੈਂ ਕਿੰਨੇ ਹੀ ਫੈਸਲੇ ਹਿੰਮਤ ਨਾਲ ਲੈ ਲਏ ਜ਼ਿੰਦਗੀ 'ਚ, ਤਾਂ ਆ ਕਿਉਂ ਨਹੀਂ। ਤੈਨੂੰ ਫੋਨ ਕਰਨ ਮਗਰੋਂ ਮੈਂ ਬਹੁਤ ਸੋਚਿਆ। ਸਵੇਰੇ ਉੱਠੀ, ਬੈਗ ਪੈਕ ਵੀ ਕਰ ਲਿਆ, ਪਰ ਕਿਰਨ ਵੱਲ ਵੇਖ ਕੇ ਹੀ ਨਾ ਕਰ ਸਕੀ। ਲੱਗਦਾ ਕਿ ਮੈਂ ਆਪਣੀ ਆਜ਼ਾਦੀ ਬਹੁਤ ਸਮਾਂ ਪਹਿਲਾਂ ਗਿਰਵੀ ਰੱਖ ਚੁੱਕੀ ਹਾਂ ਤੇ ਮੈਂ ਉਸਨੂੰ ਸਿਰਫ ਇੱਕ ਲਵ ਮੈਰਿਜ ਤੱਕ ਸੀਮਿਤ ਰੱਖ ਦਿੱਤਾ। ਪਰ ਆਜ਼ਾਦ ਤਬੀਅਤ ਸਿਰਫ ਲਵ ਮੈਰਿਜ ਨਹੀਂ ਹੁੰਦੀ, ਸਗੋਂ ਆਪਣੇ ਫੈਸਲੇ ਆਪ ਲੈਣ 'ਚ ਹੁੰਦੀ ਹੈ। ਇਹ ਫਿਤਰਤ 'ਚ ਹੁੰਦੀ ਹੈ, ਬਿਲਕੁਲ ਉਸ ਤੋਤੇ ਵਾਂਗ ਜੋ ਬਹੁਤ ਸਾਲ ਤੋਂ ਪਿੰਜਰੇ 'ਚ ਕੈਦ ਸੀ ਤੇ ਮੈਂ ਹੀ ਉਸਨੂੰ ਆਜ਼ਾਦ ਕਰ ਦਿੱਤਾ। ਹੁਣ ਉਹ ਕਦੇ ਵਾਪਸ ਨਹੀਂ ਆਊ। ਆਜ਼ਾਦੀ ਪੰਛੀਆਂ ਦੀ ਫਿਤਰਤ 'ਚ ਹੁੰਦੀ ਹੈ। ਮੈਂ ਆਪਣੀ ਧੀ ਨੂੰ ਇਹੋ ਸਿਖਾਵਾਂਗੀ, ਆਪਣੇ ਫੈਸਲੇ ਖੁਦ ਲੈਣ ਤੇ ਸਿਰਫ ਪਿਆਰ ਕਰ ਲੈਣ ਨੂੰ ਆਜ਼ਾਦੀ ਸਮਝ ਲੈਣ ਦੀ ਭੁੱਲ ਨਾ ਕਰ ਬੈਠਣਾ ਤੇ ਪਿੰਜਰੇ 'ਚ ਬੰਦ ਨਾ ਹੋ ਜਾਣਾ। ਅਸਲ ਆਜ਼ਾਦੀ ਆਸਮਾਨ ਦੀ ਉਚਾਈਆਂ 'ਚ ਹੈ। ਮੈਂ ਇਹ ਕਿਤਾਬੀ ਗੱਲਾਂ ਜ਼ਿੰਦਗੀ 'ਚ ਅਜਮਾ ਲਈਆਂ ਤੇ ਜਤਿੰਦਰ ਕਦੇ ਕਮਰਿਓਂ ਬਾਹਰ ਗਈ ਅਮਨ ਵੱਲ ਵੇਖਦਾ, ਕਦੇ ਪਿੰਜਰੇ ਵੱਲ ਤੇ ਕਦੇ ਵਿਹੜੇ 'ਚ ਤੋਤੇ ਨੂੰ ਆਵਾਜ਼ਾਂ ਮਾਰਦੇ ਉਸ ਪਰਿਵਾਰ ਵੱਲ। ਸ਼ਾਇਦ ਪਰਿਵਾਰ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਹੋਰ ਪੰਛੀ ਰਾਤੀ ਉੜਦਾ ਰਹਿ ਗਿਆ। ਧੰਨਵਾਦ।